ਨਿਤਨੇਮ ਕੀਤਾ ਹੈ ਅਰਦਾਸ ਕਰ। ਵਾਹਿਗੁਰੂ ਮੰਤਰ ਦਾ ਤੂੰ ਜਪ ਕੀਤਾ ਹੈ ਅਰਦਾਸ ਕਰ। ਪੰਜ ਬਾਣੀਆਂ ਦਾ ਪਾਠ ਕੀਤਾ ਹੈ ਅਰਦਾਸ ਕਰ। ਖੈਰ ਮੁਖਤਸਰ ਮੈਂ ਅਰਜ਼ ਕਰਾਂ, ਮੈਂ ਇਸ ਤਰ੍ਹਾਂ ਦੀ ਅਰਦਾਸ ਕੀਤੀ ਅੰਦਰੋਂ, ਔਰ ਮੈਂ ਇੱਕ ਗੈਬੀ ਕ੍ਰਿਸ਼ਮਾ ਦੇਖਿਆ ਬੰਗਲੇ ਸਾਹਿਬ ਦਾ। ਮੈਨੂੰ ਇੱਕਦਮ ਜਵਾਬ ਫੁਰ ਗਿਆ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮ ਦੀ ਰਜ਼ਾ ਦੇ ਵਿੱਚ ਚੱਲਣਾ, ਉਸ ਦੇ ਬਾਣੇ ਦੇ ਵਿੱਚ ਚੱਲਣਾ। ਕਹਿੰਦੇ ਨੇ ਉਸ ਦਾ ਬਾਣਾ ਕੀ ਹੈ, ਕਿਵੇਂ ਜੋ ਹੈ ਸਮਝਾਂਗੇ ਉਹਦੀ ਰਜ਼ਾ ਕੀ ਹੈ। ਬਸ ਇਹ ਵਿਚਾਰ ਮੈਂ ਤੁਹਾਡੇ ਸਾਹਮਣੇ ਰੱਖ ਕੇ ਸਮਾਪਤੀ ਕਰਾਂਗਾ। ਔਰ ਸਤਿਗੁਰੂ ਨੇ ਸਪਸ਼ਟ ਕਹਿ ਦਿੱਤਾ ਹੈ ਕਿ ਪ੍ਰਮਾਤਮਾ ਦੀ ਸਮਝ ਵੀ ਉਸੇ ਨੂੰ ਪੈਂਦੀ ਹੈ ਜਿਸ ਨੂੰ ਹੁਕਮ ਦੀ ਸਮਝ ਪੈਂਦੀ ਹੈ। ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿਨ ਭੇਦ ਜਾਤਾ। ਜਿਸਨੇ ਹੁਕਮ ਨੂੰ ਪਹਿਚਾਣ ਲਿਆ, ਉਹਨੇ ਪ੍ਰਮਾਤਮਾ ਦੇ ਭੇਦ ਨੂੰ ਪਾ ਲਿਆ, ਉਹਨੇ ਰੱਬੀ ਰਜ਼ਾ ਨੂੰ ਸਮਝ ਲਿਆ, ਉਹਨੂੰ ਪ੍ਰਮਾਤਮਾ ਦੀ ਪ੍ਰਾਪਤੀ ਹੋ ਗਈ। ਤਾਂ ਉਸ ਦਾ ਹੁਕਮ ਕੀ ਹੈ, ਉਸ ਦੀ ਰਜ਼ਾ ਕੀ ਹੈ, ਉਸ ਦੀ ਇੱਛਾ ਕੀ ਹੈ, ਇਹ ਮੈਂ ਆਪ ਜੀ ਦੇ ਸਾਹਮਣੇ ਜੋ ਹੈ ਰੱਖਾਂ। ਔਰ ਮੇਰੇ ਖਾਲੇ ਪੰਕਤੀਆਂ ਸਾਰਿਆਂ ਨੂੰ ਯਾਦ ਆਉਣਗੀਆਂ। ਸੁਖਮਨੀ ਸਾਹਿਬ ਦੀਆਂ ਪੰਕਤੀਆਂ ਇਹ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ, ਵਰਨਾ ਪੰਕਤੀਆਂ ਹੋਰ ਬਥੇਰੀਆਂ। ਇਹ ਪੰਕਤੀਆਂ ਜੋ ਹੋਆ ਹੋਵਤ ਸੋ ਜਾਣੇ, ਪ੍ਰਭ ਆਪਣੇ ਕਾ ਹੁਕਮ ਪਛਾਣੇ। ਆਪਣੇ ਪ੍ਰਮਾਤਮਾ ਦੇ ਹੁਕਮ ਨੂੰ ਸਮਝੇ। ਕੀ ਹੁਕਮ ਹੈ? ਜੋ ਹੋਆ ਹੋਵਤ ਸੋ ਜਾਣੇ, ਜੋ ਹੋ ਗਿਆ ਹੋਣਾ ਹੀ ਸੀ ਹੁਕਮ। ਦਿਨ ਹੋਇਆ ਹੈ, ਹੋਣਾ ਹੀ ਸੀ ਇੱਕ ਹੁਕਮ। ਰਾਤ ਹੋਈ ਹੈ, ਇਹ ਹੋਣੀ ਸੀ ਇੱਕ ਹੁਕਮ। ਇਹ ਤੇਰੇ ਕੀਤੀਆਂ ਨਹੀਂ ਹੈ। ਜਨਮ ਹੋਇਆ ਹੈ, ਹੋਣਾ ਹੀ ਸੀ ਇੱਕ ਹੁਕਮ। ਔਰ ਮਰਨ ਹੋਇਆ ਹੈ, ਹੋਣਾ ਹੀ ਸੀ ਇੱਕ ਹੁਕਮ। ਜੋ ਹੋਆ, ਜੋ ਹੋ ਗਿਆ, ਇਹ ਹੁਕਮ ਹੈ। ਰੋਗ ਪੈਦਾ ਹੋ ਗਏ ਸਰੀਰ ਦੇ ਵਿੱਚ, ਇੱਕ ਹੁਕਮ। ਉਹਨੇ ਇੱਕ ਮਰਿਆਦਾ ਬਣਾਈ ਹੈ। ਆਹਾਰਕ ਰੋਗ, ਖਾਣ ਪੀਣ ਦੀ ਬਦਪਰੀਜ਼ੀ ਤੋਂ ਪੈਦਾ ਹੋ ਗਏ ਨੇ ਰੋਗ। ਹੁਕਮ ਉਹਦੀ ਬਣਾਈ ਮਰਿਆਦਾ, ਉਹਦੀ ਤਰਤੀਬ। बीमारी आ गई है, हो गए हैं तो एक हुक्म। तंदुरुस्ती तेनू नसीब हो गई है, एक हुक्म। नफा होया है, एक हुक्म। और नुकसान हो गया है, एक हुक्म। जो होआ होवत सो जाने, प्रभ अपने का हुक्म पछाने। जो हो गया, जो होआ, जो हो गया, होवत सो जाने, होनहार सी, वो होना ही सी। ਉਹਨੂੰ ਰੱਬ ਦਾ ਹੁਕਮ ਸਮਝੇ। ਮੈਂ ਫਿਰ ਦੁਹਰਾ ਦਿਆਂ, ਜਨਮ ਹੋਇਆ ਹੈ, ਹੋਣਾ ਹੀ ਸੀ ਇੱਕ ਹੁਕਮ। ਮਰਨ ਹੋਇਆ ਹੈ, ਹੋਣਾ ਹੀ ਸੀ ਇੱਕ ਹੁਕਮ। ਦੁੱਖ ਮਿਲਿਆ ਹੈ, ਮਿਲਣਾ ਹੀ ਸੀ ਇੱਕ ਹੁਕਮ। ਸੁਖ ਮਿਲਿਆ ਹੈ, ਇਹ ਮਿਲਣਾ ਹੀ ਸੀ ਇੱਕ ਹੁਕਮ। ਜੋ ਹੋਆ, ਜੋ ਹੋ ਗਿਆ, ਬਿਮਾਰ ਹੋ ਗਏ, ਇਹ ਹੋਣਾ ਹੀ ਸੀ एक हुक्म। तंदुरुस्त हो गए हैं तो तू होना ही सी एक हुक्म। नफा होया है, होना ही सी एक हुक्म। नुकसान होया है, होना ही सी एक हुक्म। इज्जत मिली है, मिलनी सी एक हुक्म। बेइज्जती हो गई है, होनी सी एक हुक्म। जो हुआ, जो हो गया, जो हुआ होवत सो जाने, ਉਹਨੂੰ ਹੋਣਹਾਰ ਜਾਣ। ਦਿਨ ਹੋਇਆ ਹੈ, ਹੋਣਾ ਹੀ ਸੀ ਇੱਕ ਹੁਕਮ। ਇਹ ਤੇਰੇ ਰੁਕਿਆ ਰੁਕੇਗਾ ਵੀ ਨਹੀਂ, ਤੇਰੇ ਲਿਆਣ ਨਾਲ ਆਵੇਗਾ ਵੀ ਨਹੀਂ। ਰਾਤ ਹੋਈ ਹੈ, ਹੋਣੀ ਸੀ ਇੱਕ ਹੁਕਮ। ਜੋ ਹੋਆ ਹੋਵਤ ਸੋ ਜਾਣੇ। ਕਹਿੰਦੇ ਨੇ ਇਸ ਨੂੰ ਅਗਰ ਕੋਈ ਰੱਬ ਦਾ ਹੁਕਮ ਸਮਝੇ ਤੇ ਖਿੜੇ ਮੱਥੇ ਤਸਲੀਮ ਕਰੇ, ਪ੍ਰਵਾਨ ਕਬੂਲ। ਐਸੇ ਬੰਦੇ ਦੇ ਮਨ ਦੇ ਠਹਿਰਾਵ ਆ ਜਾਂਦਾ ਹੈ, ਪਵਿੱਤਰਤਾ ਆ ਜਾਂਦੀ ਹੈ। ਐਸੇ ਬੰਦੇ ਦਾ ਮਨ ਖਾਮੋਸ਼ ਹੋ ਜਾਂਦਾ ਹੈ, ਤ੍ਰਿਪਤ ਹੋ ਜਾਂਦਾ ਹੈ। ਔਰ ਐਸੇ ਬੰਦੇ ਦਾ ਮਨ ਬਾਰ-ਬਾਰ ਭੁੱਲਾਂ ਨਹੀਂ ਕਰਦਾ, ਗਲਤੀਆਂ ਨਹੀਂ ਕਰਦਾ,
ਦੁੱਖ ਕੀ ਹੈ? ਪਰਮਾਤਮਾ ਵੱਲੋਂ ਇੱਕ ਅਲਾਰਮ। ਤੂੰ ਕਿਧਰੇ ਨਿਯਮ ਦੀ ਉਲੰਘਣਾ ਕੀਤੀ ਹੈ, ਜੋ ਮਰਿਆਦਾ ਉਸ ਪ੍ਰਭੂ ਨੇ ਬਣਾਈ ਹੈ, ਤੂੰ ਕਿਧਰੇ ਉਲੰਘਣਾ ਕੀਤੀ ਹੈ, ਤਾਂ ਉਹਨੇ ਅਲਾਰਮ ਲਾਏ ਉਹਨੇ ਪਰਮਾਤਮਾ ਨੇ, ਦੁੱਖ ਹੋਣਾ ਹੀ ਸੀ। ਇਹ ਤੂੰ ਉਲੰਘਣਾ ਕੀਤੀ ਹੈ, ਤਾਂ ਦੁੱਖ ਹੋਇਆ ਹੈ, ਹੋਣਾ ਹੀ ਸੀ। ਇੱਕ ਹੁਕਮ ਰੱਬੀ ਮਰਿਆਦਾ, ਸੁਖ ਮਿਲਿਆ ਹੈ, ਮਿਲਣਾ ਹੀ ਸੀ। ਇੱਕ ਹੁਕਮ, ਉਸ ਦੀ ਬਣਾਈ ਮਰਿਆਦਾ। ਅਕਸਰ ਇਹ ਹੁਕਮ ਕਬੂਲ ਹੈ ਬੰਦਿਆਂ ਨੂੰ, ਪਰ ਅੱਧਾ। ਜਨਮ ਕਬੂਲ ਹੈ, ਮਰਨ ਕਬੂਲ ਨਹੀਂ। ਨਫਾ ਕਬੂਲ ਹੈ, ਨੁਕਸਾਨ ਕਬੂਲ ਨਹੀਂ। ਬਹੁਤ ਔਖੀ ਗੱਲ ਹੈ ਬੰਦਾ ਦੋਵਾਂ ਨੂੰ ਕਬੂਲ ਕਰੇ। ਡਾਕਟਰ ਮੁਹੰਮਦ ਇਕਬਾਲ ਨੇ ਇੱਕ ਨਜ਼ਮ ਲਿਖੀ ਹੈ ਬੜੀ ਕੀਮਤੀ। ਉਹ ਕਹਿੰਦਾ ਹੈ, इबादत करते हैं जो लोग जन्नत की तमन्ना में, इबादत तो नहीं ये एक तरह की तिजारत है। ਵਪਾਰ ਹੈ ਜੋ ਜੰਨਤ ਦੀ ਆਰਜ਼ੂ ਲੈ ਕੇ ਜੰਨਤ ਦੇ ਚ ਕੰਚਨ ਦੇ ਮਹਿਲ, ਹੂਰਾਂ ਔਰ ਅੰਗੂਰੀ ਸ਼ਰਾਬ, ਇਹੀ ਜੋ ਹੈ ਕਲਪਿਆ ਉਹਨਾਂ ਨੇ, ਇਸਲਾਮ ਨੇ। ਇਕਬਾਲ ਕਹਿੰਦਾ ਅਗਰ ਇਸੇ ਤੇ ਇਸਲਾਮ ਖੜਾ ਹੈ ਤੇ ਮੈਨੂੰ ਕਬੂਲ ਵੀ ਨਹੀਂ, ਹਾਲਾਂਕਿ ਮੁਸਲਮਾਨ ਹੈ। ਕਹਿੰਦਾ ਹੈ ਬਹਿਸ਼ਤੋ ਹੂਰੋ ਗਿਲਮਾ ਇਵਜ਼ੇ ਤਾਇਤ मैं न मानूंगा इन्हीं बातों से ए वाइज ज़ईफ ईमान होता है। वाइज कहते हैं कथावाचक ਨੂੰ ਜੋ ਮਸਜਿਦ ਦੇ ਚ ਆਵਾਜ਼ ਕਰਦਾ ਹੈ ਨਾ, ਕੁਰਾਨ ਸ਼ਰੀਫ ਦੀ ਤਿਲਾਵਤ ਤੇ ਫਿਰ ਉਸ ਦੀ ਵਿਆਖਿਆ, ਉਹਨੂੰ ਵਾਇਜ਼ ਕਹਿੰਦੇ ਨੇ। तो इकबाल कहता है ऐ वाइज तू ते धर्म ਨੂੰ ਕਮਜ਼ੋਰ ਪਿਆ ਕਰਦਾ ਹੈ। ਤੂੰ ਇਹ ਕਹਿ ਰਿਹਾ ਹੈ ਕਿ ਨਮਾਜ਼ ਪੜੋ ਤੇ ਜੰਨਤ ਮਿਲੇਗੀ, ਤੇ ਜੰਨਤ ਦੇ ਚ ਕੀ ਹੈ? ਅੰਗੂਰੀ ਸ਼ਰਾਬ ਦੇ ਚਸ਼ਮੇ, ਹੂਰਾਂ, ਗਿਲਮਾ ਔਰ ਸੋਨੇ ਦੇ ਮਹਿਲ। ਅਗਰ ਇਹੀ ਕੁਛ ਹੈ ਤਾਂ ਜਿਨ੍ਹਾਂ ਨੂੰ ਸਭ ਕੁਝ ਇੱਥੇ ਪ੍ਰਾਪਤ ਹੈ ਉਹਨਾਂ ਨੂੰ ਨਮਾਜ਼ ਪੜ੍ਹਨ ਦੀ ਲੋੜ ਕੋਈ ਨਹੀਂ। ਫਿਰ ਗੱਲ ਖਤਮ। ਤੂੰ ਤੇ ਧਰਮ ਨੂੰ ਕਮਜ਼ੋਰ ਪਿਆ ਕਰਦਾ, ਇਹ ਕੀ ਹੁੰਦਾ ਹੈ? ਇਸ ਤਰ੍ਹਾਂ ਦੇ ਫੋਕੇ ਲਾਲਚ। इकबाल कहता है इबादत करते हैं जो लोग जन्नत की तमन्ना में। कबीर भी कहते हैं क्या सुरग क्या नरक बिचारा संतन दो राधे। संतां ने दोवें रद्द कर दिते ने, स्वर्ग नूं भी नरक नूं भी। नरक सुख तो उच्चे उठ जाते हैं, नरक की दुख, स्वर्ग की सुख, सुख दुख तो उच्चे उठ जाते हैं। इबादत करते हैं जो लोग जन्नत की तमन्ना में। इबादत तो नहीं ये एक तरह की तिजारत है। जो डर कर नारे दोज़ख से खुदा का नाम लेते हैं, ये सच्ची बंदगी नहीं बुज़दिलाना एक इतायत है। मगर जब शुक्र नेमत से जुबी झुकती है बंदा की, ये सच्ची बंदगी है शरीफाना एक इतायत है। जद बंदा शुक्राने चाहता है तेरा शुक्र कबूल, तेरी रजा कबूल। मगर जब शुक्र नेमत से, जद बंदा कहता है हे प्रभु तेरा भाणा कबूल, तो उदी रजा की है, जो हो गया उदी रजा है, ता होया है। उदा भाणा की है, जो हो आहो वत्सो जाने, जो हो गया उसदा भाणा है, उदी रजा है। इस तरह होना है, तू कबूल कर। कहते ने शेख सादी साहब बगदाद दे एक मदरसे दे पढ़ते सन, दीनी तालीम लेंदे सन, मजहबी। कुरान शरीफ पढ़न वास्ते गए, हदीसां पढ़न वास्ते गए ईरान तो इराक दे जिहड़ा मदरसा सी ना विद्याला, उस तो जिहड़ी मस्जिद सी 2 फरलांग दी दूरी ते सी। इशा दी नमाज ते फजर दी नमाज पढ़न दे ते सुखियाई सी, चलो सवेरे शाम। पर जब दोपहर दी नमाज पढ़न वास्ते जांदे सन तो गर्मी बड़ी ते रेत तप जांदी सी। दर्जा हरारत इराक दे 50 तो अगे चला जाता है, जिन्हां नूं पता है उन्हां। क्योंकि मैनूं इसदा तलख तजर्बा उदों होया, बसरे तो दास ने इराक जाना सी, जिहड़ा सज्जन मैं नाल तैयार कीता सी कुवैत तो उसदी कार सी, उसदे जा रहे सी। बसरे तो कोई 10 किलोमीटर दूर गए ना तो अगों ट्रैफिक पुलिस ने रोक दिता ते कुछ गल्लां भी होईयां। ते मैं नाल दे साथी ने पुछया गल की हो रही है अरबी दे च तुहाडी? बड़ी बिखड़ी अरबी। कहते ज्ञानी जी ये कहता है कि थोड़े कोल 2 गैलन पानी होना चाहिए पीने वास्ते, वड्डा थर्मस है थोड़े कोल के नहीं, नहीं तो नहीं जा सकते।
मैं कहा इस तरह क्यों? कहता भी 400 किलोमीटर ਦੇ ਸਫ਼ਰ ਤੱਕ ਰਸਤੇ 'ਚ ਕੋਈ ਪਾਣੀ ਨਹੀਂ ਹੈ, ਦਰਜਾ ਹਰਾਰਤ 50 ਤੋਂ ਅੱਗੇ, ਅੱਗ ਪਈ ਵਸਦੀ ਹੈ, ਲੂ ਚੱਲ ਰਹੀ ਹੈ, ਕਿਧਰੇ ਤੁਹਾਡੀ ਗੱਡੀ ਖਰਾਬ ਹੋ ਗਈ ਰਸਤੇ 'ਚ ਤੇ ਪੈਸੇ ਹੀ ਮਰ ਜਾਓਗੇ। ਪਾਣੀ ਲੈ ਕੇ ਆਓ। ਕਹਿੰਦੇ ਤੁਸੀਂ ਰਸਤੇ 'ਚ ਪੜਿਆ ਕਿਉਂ ਨਹੀਂ? ਅਸੀਂ ਥਾਂ ਥਾਂ ਤੇ ਇਸ ਤਰ੍ਹਾਂ ਦੇ ਸਾਈਨ ਬੋਰਡ ਲਾਏ ਨੇ, ਪੜ੍ਹਨੇ ਸਨ। ਇੰਨਾ ਪਾਣੀ ਕੋਲ ਹੋਣਾ ਚਾਹੀਦਾ ਪੀਣ ਦਾ। ਕਹਿੰਦੇ ਵਾਪਸ ਜਾਂਦੇ ਆ, ਬਸਰੇ 'ਚ ਥਰਮਸ ਖਰੀਦਦੇ ਆ ਤੇ ਠੰਡੇ ਪਾਣੀ ਦਾ ਭਰਦੇ ਆ, ਰੱਖਦੇ ਆ, ਫਿਰ ਚੱਲਦੇ ਆ। ਔਰ ਵਾਕਈ ਭਿਅੰਕਰ ਗਰਮੀ। ਹਾਲਾਂਕਿ ਅਸੀਂ ਅਜੇ ਸਿਰਫ 8, 8:30 ਵਜੇ ਸਵੇਰੇ ਹੀ ਚੱਲੇ ਸੀ, ਪਰ ਦਿਨ ਭਰ ਦਾ ਸਫ਼ਰ ਸੀ। ਦਰਜਾ ਹਰਾਰਤ 50 ਤੋਂ ਅੱਗੇ ਟੱਪ ਜਾਂਦਾ ਹੈ ਤੇ ਸ਼ੇਖ ਸਾਦੀ ਸਾਹਿਬ ਦੇ ਪੈਰਾਂ 'ਚ ਜੁੱਤੀ ਨਹੀਂ ਸੀ। ਯਤੀਮ ਬੱਚਾ ਸੀ, ਮਾਂ ਸੀ, ਪਿਤਾ ਨਹੀਂ ਸੀ। ਮਦਰਸੇ ਤੋਂ ਮਸਜਿਦ ਤੱਕ ਜਾਣਾ ਪੈਂਦਾ ਸੀ ਨਮਾਜ਼ ਪੜ੍ਹਨ, ਤੋਂ ਰੇਤ ਤਪ ਜਾਂਦੀ ਸੀ ਦੁਪਹਿਰ ਨੂੰ, ਪੈਰ ਜਲਦੇ ਸਨ। ਤੋ ਜਲਦੇ ਹੋਏ ਪੈਰਾਂ ਨਾਲੇ ਚੱਲਦਾ ਸੀ ਤੇ ਪ੍ਰਾਰਥਨਾ ਕਰਦਾ ਸੀ, ਐ ਖੁਦਾ, ਕਿਸੇ ਨੂੰ ਤੂੰ ਇਰਾਕੀ ਘੋੜੇ ਦਿੱਤੇ ਨੇ ਬੜੇ ਸੋਹਣੇ, ਜਿਨ੍ਹਾਂ ਦੀਆਂ ਸੋਨੇ ਦੀਆਂ ਕਾਠੀਆਂ ਨੇ। ਕਿਸੇ ਨੂੰ ਤੂੰ ਮੁਹਾਰੀ ਉੱਠ ਦਿੱਤੇ ਨੇ, ਉੱਠ ਜਿਹੜੇ ਦੌੜ ਕੇ ਚੱਲਦੇ ਨੇ, ਦੌੜਦੇ ਨੇ, ਉਹ ਉੱਠ ਦਿੱਤੇ ਨੇ। ਕਿਸੇ ਨੂੰ ਤੂੰ ਜ਼ਰਰੀਦਾਰ ਜੁੱਤੀਆਂ ਦਿੱਤੀਆਂ ਨੇ ਤੇ ਮੈਨੂੰ ਇੱਕ ਫੱਟੀ ਪੁਰਾਣੀ ਜੁੱਤੀ ਵੀ ਨਹੀਂ, ਮੇਰੇ ਪੈਰ ਜਲਦੇ ਨੇ। ਔਰ ਨਮਾਜ਼ ਪੜ੍ਹੇ ਤੋਂ ਬਿਨਾਂ ਮੈਂ ਰਹਿ ਨਹੀਂ ਸਕਦਾ, ਪਰ ਮੈਂ ਕਿਵੇਂ ਪੜਾਂ? ਮੇਰੇ ਪੈਰ ਜਲਦੇ ਨੇ, ਪੈਰਾਂ 'ਚ ਛਾਲੇ ਪੈ ਗਏ ਨੇ, ਤਾਂ ਮੈਨੂੰ ਕਿਧਰੋਂ ਇੱਕ ਜੁੱਤੀ ਵੀ ਨਹੀਂ ਜੋ ਹੈ ਲਵਾ ਸਕਦਾ। ਇਸ ਤਰ੍ਹਾਂ ਗਿਲੇ ਕਰਦਾ ਹੋਇਆ ਮਸਜਿਦ ਤੱਕ ਰੋਜ਼ ਪਹੁੰਚਦਾ ਸੀ ਤੇ ਨਮਾਜ਼ ਪੜ੍ਹਦਿਆਂ ਵੀ ਅੰਦਰ ਗਿਲੇ, ਤੂੰ ਮੈਨੂੰ ਇੱਕ ਜੁੱਤੀ ਨਹੀਂ ਦਿੱਤੀ। ਕਿਸੇ ਨੂੰ ਇਰਾਕੀ ਘੋੜੇ, ਕਿਸੇ ਨੂੰ ਸੋਨੇ ਉੱਠ, ਕਿਸੇ ਨੂੰ ਜ਼ਰਰੀਦਾਰ ਜੁੱਤੀਆਂ, ਮੈਨੂੰ ਇੱਕ ਸਾਦਾ ਜੁੱਤੀ ਵੀ ਨਹੀਂ। ਹੁਣ ਜਿਸ ਤੇ ਗਿਲਾ ਕਰੀਏ ਬਾਰ-ਬਾਰ ਦੂਰੀਆਂ ਵੱਧਦੀਆਂ ਨੇ, ਜਿਸ ਦਾ ਧੰਨਵਾਦ ਕਰੀਏ ਨਜ਼ਦੀਕ ਨੇੜਤਾ ਦੀ ਕੁਦਰਤੀ ਗੱਲ ਹੈ। ਕੋਈ ਪਿਓ ਪੁੱਤਰ ਤੇ ਰੋਜ਼ ਹੀ ਗਿਲੇ ਕਰਦਾ ਜਾਏ, ਦੂਰੀਆਂ ਵੱਧ ਜਾਣਗੀਆਂ। ਔਰ ਕੋਈ ਪੁੱਤਰ ਮਾਂ-ਬਾਪ ਤੇ ਰੋਜ਼ ਹੀ ਗਿਲੇ ਕਰਦਾ ਜਾਏ, ਸ਼ਿਕਵੇ ਹੀ ਕਰਦਾ ਜਾਏ, ਦੂਰੀਆਂ ਵੱਧ ਜਾਣਗੀਆਂ। ਕੋਈ ਭਰਾ ਆਪਣੇ ਭਰਾ ਤੇ ਹਰ ਵਕਤ ਹੀ ਗਿਲਾ ਕਰੇ, ਹਰ ਗੱਲ ਤੇ ਗਿਲਾ ਕਰੇ, ਸ਼ਿਕਵਾ ਕਰੇ, ਦੂਰੀਆਂ ਵੱਧ ਜਾਣਗੀਆਂ। ਕੋਈ ਪਤੀ ਪਤਨੀ ਤੇ ਗਿਲਾ ਕਰੇ ਜਾਂ ਕੋਈ ਪਤਨੀ ਬਾਰ-ਬਾਰ ਗਿਲੇ ਹੀ ਕਰੇ, ਦੂਰੀਆਂ ਵੱਧ ਜਾਣਗੀਆਂ। ਕੋਈ ਸਾਧਕ, ਕੋਈ ਅਭਿਆਸੀ, ਕੋਈ ਨਿਮਾਜ਼ੀ, ਕੋਈ ਗੁਰਮੁਖ ਹਰ ਵਕਤ ਰੱਬ ਤੇ ਗਿਲਾ ਹੀ ਕਰੇ, ਤੂੰ ਇਹ ਕੀ ਕੀਤਾ, ਤੂੰ ਇਹ ਕੀ ਕੀਤਾ, ਤੂੰ ਗਿਲਿਆਂ ਨਾਲ ਦੂਰੀ ਵੱਧਦੀ ਹੈ, ਨੇੜਤਾ ਨਹੀਂ ਆਉਂਦੀ। ਨੇੜਤਾ ਵੱਧਦੀ ਹੈ ਧੰਨਵਾਦ ਨਾਲ, ਦੂਰੀ ਵੱਧਦੀ ਹੈ ਗਿਲਿਆਂ ਨਾਲ। ਤੋ ਸ਼ੇਖ ਸਾਦੀ ਰੋਜ਼ ਗਿਲੇ ਕਰਦਾ ਹੈ ਔਰ ਮਨ ਉਸਦਾ ਖੁਦਾ ਤੋਂ ਦੂਰ ਹੁੰਦਾ ਜਾ ਰਿਹਾ ਹੈ। ਨਮਾਜ਼ ਦੇ ਵਿੱਚ ਕੋਈ ਰਸ ਨਹੀਂ, ਕੋਈ ਸਵਾਦ ਨਹੀਂ। ਅੱਜ ਵੀ ਆ ਰਿਹਾ ਕੜਕਦੀ ਹੋਈ ਧੁੱਪ ਦੇ ਵਿੱਚ ਮਸਜਿਦ ਦੀ ਤਰਫ ਤੇ ਗਿਲੇ ਕਰਦਾ ਹੋਇਆ, ਬਈ ਹੱਦ ਹੋ ਗਈ ਖੁਦਾ। ਕੋਈ ਉਠਾਂ ਤੇ ਬੈਠ ਕੇ ਆਉਂਦੇ ਨੇ, ਕੋਈ ਘੋੜਿਆਂ ਤੇ ਅਸਵਾਰ ਹੋ ਕੇ ਆਉਂਦੇ ਨੇ, ਕਿਸੇ ਨੇ ਜ਼ਰਰੀਦਾਰ ਜੁੱਤੀ ਪਹਿਨੀ ਹੋਈ ਹੈ, ਆਪਣੇ ਕੋਲ ਸਾਦਾ ਜੁੱਤੀ ਵੀ ਕੋਈ ਨਹੀਂ, ਪੈਰ ਜਲਦੇ ਨੇ ਮੇਰੇ। ਤੂੰ ਕੈਸਾ ਦਾਤਾ ਹੈ, ਇਨਸਾਫ ਕਿਉਂ ਨਹੀਂ ਕਰਦਾ? ਇਸ ਤਰ੍ਹਾਂ ਗਿਲੇ ਕਰਦਾ ਕਰਦਾ ਸ਼ੇਖ ਸਾਦੀ ਮਸਜਿਦ ਦੇ ਕੋਲ ਪਹੁੰਚਿਆ ਤੇ ਕੀ ਦੇਖਦਾ ਹੈ, ਇੱਕ ਉਹ ਬੰਦਾ ਮਸਜਿਦ ਦੀਆਂ ਸੀੜੀਆਂ ਤੇ ਚੜ੍ਹਨ ਦੀ ਕੋਸ਼ਿਸ਼ ਕਰ ਰਿਹਾ ਸੀ ਜਿਹਦੀਆਂ ਦੋਵੇਂ ਲੱਤਾਂ ਨਹੀਂ ਸਨ, ਦੋਵੇਂ ਪੈਰ ਨਹੀਂ ਸਨ। ਇੱਕਦਮ ਹੱਥ ਜੁੜ ਗਏ ਸ਼ੇਖ ਸਾਦੀ ਦੇ, ਅੱਖਾਂ ਭਰ ਆਈਆਂ। ਅੰਦਰ ਪ੍ਰਵੇਸ਼ ਹੋ ਕੇ ਜਦ ਨਮਾਜ਼ ਪੜ੍ਹੀ ਤੇ ਬਾਅਦ ਵਿੱਚ ਦੁਆ ਕੀਤੀ, ਆਖਿਆ, ਐ ਖੁਦਾ, ਤੂੰ ਮੇਰੇ ਪੈਰ ਸਲਾਮਤ ਰਹਿਣ ਦੇ, ਮੈਂ ਜੁੱਤੀ ਨਹੀਂ ਮੰਗਦਾ, ਤੇਰਾ ਲੱਖ ਲੱਖ ਧੰਨਵਾਦ। ਮੈਂ ਤੇਰੇ ਤੇ ਗਿਲਾ ਕੀਤਾ, ਤੂੰ ਮੈਨੂੰ ਜੁੱਤੀ ਨਹੀਂ ਦਿੱਤੀ, ਪਰ ਮੈਂ ਤੇਰਾ ਧੰਨਵਾਦ ਕਿਉਂ ਨਹੀਂ ਕੀਤਾ? ਤੂੰ ਮੈਨੂੰ ਪੈਰ ਦਿੱਤੇ ਨੇ, ਤੇਰਾ ਸ਼ੁਕਰਾਨਾ, ਤੇਰਾ ਲੱਖ ਲੱਖ ਧੰਨਵਾਦ, ਤੂੰ ਮੈਨੂੰ ਪੈਰ ਦਿੱਤੇ ਨੇ। ਕਹਿੰਦੇ ਜੈਸੇ ਧੰਨਵਾਦ ਕੀਤਾ ਨਾ ਤਾਂ ਸੁਰਤ ਜੁੜ ਗਈ, ਸਮਾਧੀ ਲੀਨ ਹੋ ਗਿਆ, ਅਗੰਮੀ ਰਸ ਨਾਲ ਭਰ ਗਿਆ। ਜਦ ਥੋੜਾ ਜਿਹਾ ਸਮਾਧੀ ਤੋਂ ਉਥਾਨ ਹੋਇਆ ਤੇ ਕਹਿੰਦਾ, ਕਮਾਲ ਦੀ ਗੱਲ ਹੈ ਰੱਬ, ਤੇਰੇ ਰਾਜ਼ ਦਾ ਪਤਾ ਚੱਲ ਗਿਆ। ਧੰਨਵਾਦ ਕਰੀਏ ਤਾਂ ਰਸ ਮਿਲਦਾ ਹੈ,
गिला करिए नहीं। आज समझ आ गई है, आज पता चल गया है। और ऐ खुदा, ये ठीक है तू मेरे पैर नंगे रखे ने, मैं हुण बिल्कुल जुत्ती नहीं मंगदा, उक्की नहीं मंगदा, तेरा लख लख शुक्र। कहते मस्जिद दियां सीढ़ियां तो जो थल्ले उतरिया ना, तो मदरसे दा जिहड़ा उस्ताद से वो जर्रीदार जुतियां लेके अगों खड़ा, बई ऐ बालक तू पहन ले। अज मदरसे दे कोई 100 जोड़े दे गया सी विद्यार्थियों लई, ते मैं एक तेरे लिए रखिया, तू पहन ले पा। कहते ने उसने अपना मस्तक बार बार सीढ़ियां ते रखिया मस्जिद दी और पट गया। कहंदा लख लख प्रभु तेरा धन्यवाद, ऐ खुदा तेरा शुक्र। अज गल समझ च आ गई है। जद धन्यवाद करिए, शुकराना करिए, ते मन आनंद नाल भर जांदा है, तेरी खुशी मिल जाती है। गिले करिए ते दूरियां। मेरे पैर नंगे सन, ये भी एक तेरी रजा, और ऐसा मेरे नाल होना सी। ये उस फकीर दे बोल जो हो गया है। गुरु अर्जन देव जी महाराज कहते ने ये होना सी। जो होआ होवत सो जाने, बीमार पै गए हैं, पैना ही सी तू। नुकसान हो गया है, होना ही सी एक हुक्म। नफा होया है, होना ही सी। जन्म होया है, ये होना ही सी। मरण होया है, ये होना ही सी। जो होआ होवत सो जाने, प्रभ अपने का हुक्म पछाने। आप दी ज्ञात लई मैं अर्ज करा, जद मैं इस तरह की व्याख्या बंगला साहब कर रहा सी, उत्थे भी लड़ीवार कथा चलती है गुरु ग्रंथ साहब दी ते सुखमनी साहब दी। उदों लड़ी चल रही सी। हुण ते उत्थे भोग पै गया, कोई गालबन 25-26 सालों तो बाद भोग पिया है। ते सीसगंज साहब भी भोग पिया, उत्थे 27 सालों तो बाद भोग पिया है। इन्ने सालों तो बाद संपूर्ण हुई है कथा। कोई 10-15 साल पुरानी गल है। ऐ पंक्तियां आईयां सन, जो होआ होवत सो जाने। तो मैं 5-7 दिन इसते बोलता रहा। और ये सन 88 की गल है। बंगला साहब कथा करके मैं बाहर आ रहा सी, और जो मैं बाहर जोड़ा पहनिया चलन लग्या, रिहायश सीसगंज साहब से 5-7 सज्जन मैनू कहने लगे, ज्ञानी जी कुछ विचार करनी है। मैं ठीक है, सामने बैठ जाते हैं, कर लेंगे विचार। मैनू कहने लगे 10-15 साल पहले किधरे सुनिया सी थोड़े कोल, जो होवा होवत सो जाने, जो हो गया है ये होना ही सी। और तुसी 5-7 दिन बोले, कहने सानू मन नू बहुत तसल्ली हुई, बहुत खुशी हुई कि गुरु ग्रंथ साहब जी महाराज ने किधरे किधरे बहुत डूंघाइयां नू छोया है, गहराइयां नू छोया है। कहंदे फिर दुख इस गल दा है, तुसी 2 साल सारे भारत विच बोले हो कि कौम नाल जो होया है नहीं होना चाहिए सी, अनर्थ होया है, उपद्दर होया है, ते तुहाडे ते मुकदमे बने ने, केस बने ने, तुसी कोर्ट च रोज खड़े होंदे हो। ये उन्हां दी तर्क सी। जद तुसी उदों ये आखिया जो हो गया ये होना ही सी, ते 2 साल बोले हो जो होया है ये नहीं होना चाहिए सी, ते मैनू कहने लगे वो 15 साल पहले जिहड़ी तुसी कथा कीती सी वो ठीक है, या ये जिहड़ा 2 साल बोले हो ये ठीक है। ते कहंदे ने इन्हां दोवां च एक गल साडे नाल कर लो, दसो। यकीन जानो मैं जकड़ गया। मैं की आखा हुण, मैं कथा कीती सी और कई दिन बोलिया सी, जो हो गया है ये होना ही सी, बाणा रजा। और इस पंक्ति के आधार पे जो होआ होवत सो जाने, प्रभ अपने का हुक्म पछाने। मैं इसका बहुत जिक्र करता हूं इस घटना का। और जिन्हों ने घेरिया कोई मामूली पद्धर के बंदे नहीं सने, भी मैरिज करते हैं। कहने लगे तुसी उदों ये आखिया, सानू अजे तक याद है, और असी अपने मन नू समझा लेने, कोई दुखद घटना घट जाती असी सोचते हैं होना ही सी, ऐसा होना ही सी, साडे कर्म प्रभु दी रजा, ऐसा होना ही सी। कहते असी अपने आप नू समझा लेने। कहते हैरानगी दी गल
ਤੁਸੀਂ 2 ਸਾਲ ਸਾਰੇ ਭਾਰਤ 'ਚ ਬੋਲੇ ਹੋ, ਔਰ ਜਿਸ ਆਧਾਰ ਤੇ ਤੁਹਾਡੇ ਤੇ ਇੱਕ ਨਹੀਂ 7-8 ਕੇਸ ਬਣੇ ਹੋਏ ਨੇ। ਔਰ ਤੁਸੀਂ ਇਹ ਆਖਿਆ ਜੋ ਕੌਮ ਨਾਲ ਹੋਇਆ ਹੈ ਨਹੀਂ ਹੋਣਾ ਚਾਹੀਦਾ ਸੀ। ਉਹ ਮੈਨੂੰ ਕਹਿਣ ਲੱਗਿਆ ਸੀ ਇਤਨਾ ਹੀ ਜਾਣਨਾ ਚਾਹੁੰਦੇ ਹਾਂ, ਉਹ ਜਿਹੜਾ ਤੁਸੀਂ ਪਹਿਲੇ ਆਖਿਆ ਸੀ ਉਹ ਸੱਚ ਸੀ ਕਿ ਤੁਸੀਂ ਹੁਣ ਜੋ ਆਖਿਆ ਇਹ ਸੱਚ ਹੈ? ਕਿਉਂਕਿ ਦੋਵੇਂ ਵਿਪਰੀਤ ਨੇ। ਹੁਣ ਜੇ ਮੈਂ ਕਬੂਲ ਇਹ ਕਰਾਂ ਕਿ ਉਦੋਂ ਮੈਂ ਜੋ ਆਖਿਆ ਸੀ ਉਹ ਠੀਕ ਹੈ, ਤੇ ਇਹਦਾ ਮਤਲਬ ਹੁਣ ਮੈਂ ਬੋਲਿਆ ਗਲਤ ਬੋਲਿਆ। ਇਹਦੇ ਨਾਲ ਵੀ ਮੇਰੇ ਮਨ ਨੂੰ ਚੋਟ ਲੱਗਦੀ ਸੀ। ਤੇ ਜੇ ਮੈਂ ਆਖਾਂ ਹੁਣ ਮੈਂ ਠੀਕ ਬੋਲਿਆ, ਉਦੋਂ ਗਲਤ ਬੋਲਿਆ, ਤਾਂ ਬਾਣੀ ਦੀਆਂ ਪੰਕਤੀਆਂ ਨੇ, ਜੋ ਹੋਆ ਹੋਵਤ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੇ। ਮੈਨੂੰ ਪਹਿਲੀ ਦਫਾ ਪਤਾ ਚੱਲਿਆ ਜ਼ਿੰਦਗੀ ਜਦ ਸਵਾਲ ਦਾ ਜਵਾਬ ਨਾ ਉਕਰੇ ਨਾ, ਕੋਈ ਪੈਦਾ ਨਾ ਹੋਏ, ਤੇ ਮਨੁੱਖ ਦੇ ਦਿਮਾਗ ਤੇ ਕਿਤਨਾ ਬੋਝ ਪੈ ਜਾਂਦਾ ਹੈ, ਇਹ ਮੈਨੂੰ ਉਸ ਦਿਨ ਪਤਾ ਚੱਲਿਆ। ਤੇ ਫਿਰ ਮੈਂ ਅੰਦਰੋਂ ਅਰਦਾਸ ਕੀਤੀ ਬੰਗਲਾ ਸਾਹਿਬ ਸਾਹਮਣੇ ਮੈਂ ਬੈਠਾ ਸੀ, ਬਾਹਰ ਬੈਂਚ ਤੇ ਬੈਠੇ ਸੀ। ਮੈਂ ਕਿਹਾ ਹੇ ਗੁਰੂ ਹਰਕ੍ਰਿਸ਼ਨ ਜੀ, ਇੱਕ ਸਮੱਸਿਆ ਕੁਰੂਕਸ਼ੇਤਰ ਵਿੱਚ ਕਿਸੇ ਬ੍ਰਾਹਮਣ ਨੇ ਪੈਦਾ ਕੀਤੀ ਸੀ ਤੁਹਾਡੇ ਸਾਹਮਣੇ, ਵੀ ਤੁਹਾਡਾ ਨਾਂ ਹੈ ਸ੍ਰੀ ਗੁਰੂ ਹਰੀ ਕ੍ਰਿਸ਼ਨ। तो कृष्ण जी ने गीता दे अर्थ कीते सन, कृष्ण जी ने गीता उचारण कीती सी, तुसी गीता दे अर्थ ही कर दो। ते तुसी गुंगे दे सिर ते जीवर दे सिर ते छड़ी रखी सी, वो गीता पढ़दा भी गया ते अर्थ भी करदा गया। तो मैं अंदरों हाथ जोड़े, मैं कि महाराज अज आपां दुविधा च फसे, कुछ गल फुरदी नहीं, तो कोई अकल दे दे, इन्हां नूं जवाब दे सकां ते मैं बच जावां। नहीं तो इन्हां ने इतना ढंडोरा तो जरूर पिटना है, झूठा बंदा उदों ये कहंदा सी हुण ये कहंदा है। मैं कि तू अपने बिरद बाणे दी लज रख ले, तेरी कथा करदे आ। संगतां दे सवेरे शाम दर्शन करदे आ ते झूठे साबित हो जावांगे, गलत साबित हो जांदे आ। मैं कहा हंकार दी गल नहीं, तेरी विचार तेरी बाणी दी कथा करदे आ ते इन्हां दे मन च ये ख्याल पैदा होवेगा सिख मिशनरी कितने झूठे ने। कुछ दिन पहले कुछ कहते हैं तो बाद कुछ कहने लग पैंदे ने। यकीन जानो अरदास कितनी गहरी जाती है, ये भी मैनू उस दिन पता चलिया। और जितनी गहरी अरदास जाती है, जप तप सील संजम कोई इतना गहरा नहीं जाता जितनी अरदास गहरी जाती है और गहराई च जा सकती है। इस वास्ते सिख जगत दे अरदास लाजमी करार दे दी गई। नितनेम कीता है अरदास कर, वाहिगुरू मंत्र दा तू जप कीता है अरदास कर, 5 बाणियां दा पाठ कीता है अरदास कर। खैर मुख्तसर में अर्ज करा, मैं इस तरह की अरदास की थी अंदरों, और मैं एक गैबी करिश्मा देखा बंगले साहब का। मैनू एकदम जवाब भुर गया और मैं समझदा ये जवाब गुरु हरकृष्ण जी का ही सी जो मेरी झोली च उन्होंने पाया, क्योंकि मैनू खुद तो उदों फुरदा ही नहीं सी कुछ। मैं अपने आप को गिरफ्त पाया। वो कहने लगे गए नहीं जी, उदों तुसी जो आखिया सी वो ठीक सी, या हुण तुसी आखिया ये ठीक है? मैं कहा उदों भी ठीक आखिया सी ते हुण भी ठीक आखिया है। कहने लगे किस तरह हो सकता है? उदों तुसी आखिया सी जो हो गया है ये होना ही सी, हुक्म है, ते हुण तुसी ये आखिया जो हो गया है ये नहीं होना चाहिए सी, गलत होया है। ये दोवें किस तरह हो सकते हैं? या वो गलत सी या ये? मैं कहा नहीं दोहें ठीक ने। वो किस तरह? तो जिस ढंग नाल मैं इशारतन गल कीती सी, वो तो मेरा इशारा समझ गए सन, जरूर आप भी समझोगे। मैं कहा मेरे पैरां दे थल्ले किसी ने अग रख दी, अंगारे रख दिते, तो मैं समझदा अग आवनी सी रस्ते च, ऐसा हुक्म सी, अंगारे आवने ही सन। अंगारियां ते मेरा पैर आवना ही सी, एक हुक्म सी, पर मेरे मुंह चो चीख निकल गई, रोस निकल गया, ये भी हुक्म, ऐसा भी होना सी। कौम दे रस्ते च अंगारे आए, ऐसा होना ही सी। कर्म समझ लो, कुछ भी समझ लो, पर कौम रोस नाल भर गई, चीख निकल गई, होना ही सी, ये भी होना सी, ये भी होनहार। कहने लगे तुसी ते फिर निकल गए।
ਚੀਖ ਨਿਕਲ ਗਈ, ਵਸ ਦੇ 'ਚ ਨਹੀਂ। ਹੱਥ ਦੇ ਉੱਤੇ ਕਿਸੇ ਨੇ ਅੰਗਾਰੇ ਰੱਖ ਦਿੱਤੇ, ਮੂੰਹ 'ਚੋਂ ਚੀਖ ਨਿਕਲ ਗਈ, ਵਸ 'ਚ ਨਹੀਂ ਗੱਲ। ਹੋਣਾ ਹੀ ਸੀ ਐਸਾ। ਪਰ ਮੈਂ ਮੰਨਦਾ, ਹਥੇਲੀ ਤੇ ਕਿਸੇ ਨੇ ਅੰਗਾਰੇ ਰੱਖ ਦਿੱਤੇ, ਹੋਣਾ ਹੀ ਸੀ ਐਸਾ। ਮੇਰੀ ਹਥੇਲੀ ਜਲਣੀ ਸੀ, ਪੈਰ ਜਲਨੇ ਸਨ, ਪਰ ਮੂੰਹੋਂ ਚੀਖ ਨਿਕਲ ਗਈ, ਰੋਸ ਨਿਕਲ ਗਿਆ, ਹੋਣਾ ਹੀ ਸੀ। ਇਹ ਵੀ ਹੋਣਹਾਰ। ਉਹ ਹੱਸਦੇ ਹੋਏ ਸਾਰੇ ਇੱਕ ਪਾਸੇ ਹੋਏ। ਮੈਂ ਮੱਥਾ ਟੇਕਿਆ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੂੰ। ਮੈਂ ਕਿਹਾ ਸ਼ੁਕਰਾਨਾ ਤੇਰਾ, ਸਾਡੇ ਦਿਮਾਗ ਦਾ ਬੋਝ ਹਲਕਾ ਹੋਇਆ, ਤੂੰ ਸਾਡੀ ਲੱਜਾ ਰੱਖ ਲਈ। ਤਾਂ ਹੁਣ ਮੈਂ ਅਰਜ਼ ਕਰਾਂ, ਹੁਕਮ ਕੀ ਉਸ ਪ੍ਰਮਾਤਮਾ ਦਾ ਜੋ ਹੋ ਗਿਆ, ਹੋਣਾ ਹੀ ਸੀ। ਚਾਹੇ ਦੇਸ਼ ਨਾਲ ਕੁਝ ਹੋਇਆ ਹੈ, ਹੋਣਾ ਹੀ ਸੀ। ਚਾਹੇ ਕੌਮ ਨਾਲ ਕੁਝ ਹੋਇਆ ਹੈ, ਹੋਣਾ ਹੀ ਸੀ। ਚਾਹੇ ਪਰਿਵਾਰ ਨਾਲ ਕੁਝ ਹੋਇਆ ਹੈ, ਹੋਣਾ ਹੀ ਸੀ। ਚਾਹੇ ਵਿਅਕਤੀ ਨਾਲ ਕੁਝ ਹੋਇਆ ਹੈ, ਹੋਣਾ ਹੀ ਸੀ। ਜੋ ਹੋਆ ਹੋਵਤ ਸੋ ਜਾਣੇ, ਪ੍ਰਭ ਆਪਣੇ ਕਾ ਹੁਕਮ ਪਛਾਣੇ। ਜੋ ਹੋ ਗਿਆ ਇਹ ਹੋਣਾ ਹੀ ਸੀ, ਇਹਨੂੰ ਹੀ ਪ੍ਰਮਾਤਮਾ ਦਾ ਹੁਕਮ ਸਮਝੇ और सिर मस्तक ते कबूल करे। और जैसे कबूल करेगा मन निर्मल हो जाएगा, मन शांत हो जाएगा, मन तृप्त हो जाएगा, और फिर मन भुलना भी नहीं करेगा। साहब कहते ने एक नियम है, हुक्म रजाई चलना। नानक लिखिया नाल, तेरे नाल हुक्म लिखिया है। पढ़े सुनो की लिखिया, किथे लिखिया? जो हो गया होना ही सी, हुक्म है उसका। दिन होया है, होना ही सी, एक हुक्म। रात होई है, होनी सी, एक हुक्म। जवानी आई है, आमना ही सी, एक हुक्म। पर बुढ़ेपा आया है, आमना ही सी, एक हुक्म। हुण तेनू जवानी कबूल, बुढ़ेपा कबूल नहीं तो तेनू हुक्म परवान नहीं, हुक्म कबूल नहीं। नफा होया है, होना ही सी, एक हुक्म। नुकसान होया है, होना ही सी, एक हुक्म। जो होआ होवत सो जाने, प्रभ अपने का हुक्म पछाने। जो हो गया है, होना ही सी। तेरी चाहत तो बिना होया है, तेरी ख्वाहिश तो बिना होया है, होना ही सी। ते जद हो गया है, तेरी चाहत तो बिना। श्री कबीर कहते जो मैं चितवो ना करे, क्या मेरे चितवे होए। अपना चितविया हर करे, जो मेरे चित ना होए। कहंदा मैं कुछ होर सोचदा रहना ते होर कुछ चाहना ते हो कुछ होर जांदा है। कहंदा अजीबो गरीब गल है। कहंदे भगत अरदास करदा है, हे प्रभु जो तेरी इच्छा है मैनू शक्ति दे, मैं उस नाल सहमत होवां, उस नाल राजी होवां। ते जिहड़ा संसारी है वो कहंदा है परमात्मा तू अपनी इच्छा एक पासे रख, मेरी इच्छा पूरी कर। बस इन्ना ही फर्क है, मेरी इच्छा पूरी कर। ते जो भगत है, धार्मिक पुरुष है, हे प्रभु जो तेरी इच्छा है बस मैनू ताकत दे, मैं उससे सहमत होवां, मैं तेरी रजा दे राजी होवां। ते जद भी कोई रजा दे राजी होंदा है, मन निर्मल हो जाता है, मन शांत हो जाता है, मन तृप्त हो जाता है, और फिर मन भुल्ला नहीं करता, गलतियां नहीं करता। जितना मैं स्पष्ट कर सकता सी उतना थोड़े सामने कीता है। मन की समस्या है कि प्रभु दी मिलाप नहीं हो रहा। मन की की समस्या है? मन मैला है, मन चुप नहीं करता।